ਨੂੰ ਐਫੀਡੇਵਿਟ ਤੋਂ ਹੀ ਉਹਨਾਂ ਦੇ ਤੋਂ ਪਤਾ ਲੱਗ ਰਿਹਾ ਕਿ ਬਹੁਤ ਅਤਿਅੰਤ ਖਤਰਨਾਕ ਹੈ ਕਿਉਂਕਿ ਮੇਨ ਜਿਹੜੀ ਸਾਡਾ ਇੰਟਰਨੈਸ਼ਨਲ ਬਾਰਡਰ ਹੈ ਉਹ ਇਹਨਾਂ ਦੀ ਹਿੰਮਤ ਇੱਥੋਂ ਤਾਂ ਹੀ ਵਧੀ ਵੀ ਇਹਨਾਂ ਨੇ ਹਰ ਰੂਲ ਹਰ ਚੀਜ਼ ਸਾਡੀ ਸੁਰੱਖਿਆ ਨੂੰ ਵੀ ਛਿੱਕੇ ਟੰਗਿਆ ਤੇ ਟੰਗ ਕੇ ਉੱਥੇ ਵੀ ਇਹਨਾਂ ਨੇ ਮਾਈਨਿੰਗ ਅੰਦਰ ਪਿੱਟ ਗ੍ਰਾਂਟ ਕੀਤੀਆਂ ਪੰਜਾਬ ਸਰਕਾਰ ਨੇ 2020 ਤੋਂ ਚੱਲ ਰਹੀਆਂ, ਅੱਜ ਤੋਂ ਨਹੀਂ ਚੱਲ ਰਹੀਆਂ, ਇਹ ਲੋਕਡਾਊਨ ਦੇ ਵਿੱਚ ਦੀ ਹੈ। ਪਾਰਟਿਕੂਲਰਲੀ ਸਪੈਸੀਫਿਕਲੀ ਇਹ ਗੱਲ ਆਖੀ ਸੀ ਵੀ ਉੱਥੇ 5 ਬੰਕਰ ਨੇ, ਵੱਡੇ ਅੰਡਰਗਰਾਊਂਡ ਬੰਕਰ ਹੈ ਜਿਹੜੇ ਸਟ੍ਰੈਟੇਜੀਕਲੀ ਬਹੁਤ ਇੰਪੋਰਟੈਂਟ ਹੈ। ਜੇ ਕੋਈ ਵਾਰ ਲੱਗਦੀ ਹੈ ਵਾਰ 'ਚੋਂ ਯੂਜ਼ ਹੁੰਦੇ ਆ। ਲੋਕ ਜਦੋਂ ਸਾਡੇ ਕੋਲ ਆਏ ਸੀ ਉਹ ਆਂਦੇ ਵੀ ਇਹ ਤਾਂ ਕਰਕੇ ਚਲੇ ਜਾਣਗੇ ਮਾਈਨਿੰਗ, ਇਹ ਤਾਂ ਮਾਈਨਿੰਗ ਕਰਕੇ ਨਿਕਲ ਗਏ 4-6 ਮਹੀਨਿਆਂ ਦੇ ਵਿੱਚ ਦੀ ਜਾਂ 3 ਮਹੀਨੇ 'ਚ ਵੀ। ਉੱਥੋਂ ਜੇ ਇਨ ਕੇਸ ਫਲੱਡ ਆ ਜਾਂਦਾ ਜਾਂ ਸਾਡੀ ਪਾਕਿਸਤਾਨ ਨਾਲ ਵਾਰ ਹੁੰਦੀ ਆ ਉਹ ਤਾਂ ਅੰਦਰ ਹੀ ਕਲੈਪਸ ਹੋ ਜਾਣ। ਕੋਈ ਇਸ ਚੀਜ਼ ਦੀ ਦੇਖੋ ਪਰਵਾਹ ਨਹੀਂ ਕੀਤੀ। ਈਵਨ ਦਰਿਆ ਦੇ ਅੰਦਰ ਸੈਕਸ਼ਨ ਮਾਈਨਿੰਗ ਚੱਲਦੀ ਰਹੀ ਤੇ ਹੁਣ ਬਿਲਕੁਲ ਐਨੂੰ ਕੱਚਾ ਚਿੱਠਾ ਜਿਹੜਾ ਕਹਿ ਲਓ ਤੁਸੀਂ ਵੀ ਇਹਨਾਂ ਦੀਆਂ ਕਰਤੂਤਾਂ ਦਾ ਆ ਸਾਹਮਣੇ ਆ ਗਿਆ। ਆਰਮੀ ਐਫੀਡੇਵਿਟ ਦੇਗੀ ਹੈ ਕਿ ਬੰਕਰ ਜਿਹੜੀ ਆ ਉਹਨਾਂ ਨੂੰ ਇਹਨਾਂ ਨੇ ਕਲੋਜ਼ ਪ੍ਰੋਕਸੀਮਿਟੀ ਤੇ ਉੱਥੇ ਕੀਤਾ। ਬੰਕਰਾਂ ਨੂੰ ਪੂਰਾ ਖਤਰਾ ਹੈ। ਉੱਥੇ ਜੇ ਮਿੱਟੀ ਧੱਸਦੀ ਹੈ ਤੇ ਉਹ ਬੰਕਰ ਵੀ ਧੱਸ ਸਕਦੇ ਆ ਉੱਥੇ। ਕੇਸ ਜੇ ਹਮਲਾ ਹੋ ਜਾਂਦਾ ਤੇ ਇਹਨਾਂ ਨੂੰ ਹਮਲਾ ਸਾਨੂੰ ਜੇ ਕਾਊਂਟਰ ਅਟੈਕ ਕਰਨਾ ਪੈ ਜਾਏ, ਕਾਊਂਟਰ ਅਟੈਕ 'ਚ ਵੀ ਸਾਨੂੰ ਦਿੱਕਤ ਆਊਗੀ ਕਿ ਰਿਵਰ ਦੀ ਜਿਹੜੀ ਡੂੰਘਾਈ ਆ ਉੱਥੋਂ ਮਾਈਨਿੰਗ ਜ਼ਿਆਦਾ ਹੋਣ ਕਰਕੇ ਬਹੁਤ ਡੂੰਘੀ ਹੈ ਤੇ ਰਿਵਰ ਜਿਹੜੀ ਹੈ ਉਹ ਆਪਦਾ ਜਿਹੜਾ ਨੈਚੁਰਲ ਵਹਾਅ ਆ ਉਹਨੂੰ ਵੀ ਚੇਂਜ ਕਰ ਸਕਦੀ ਹੈ ਤੇ ਉੱਥੇ ਕਦੀ ਵੀ ਫਲੱਡ ਵੀ ਆ ਸਕਦੀ ਹੈ। ਆਮ ਹਰ ਨਿਯਮ ਕਾਨੂੰਨ ਈਵਨ ਇਹਨਾਂ ਨੇ ਮੁਲਕ ਦੀ ਸੁਰੱਖਿਆ ਵੀ ਦਾਅ ਤੇ ਲਾਤੀ। ਇੱਥੋਂ ਤੱਕ ਇਹਨਾਂ ਦੀਆਂ ਤੁਸੀਂ ਕਹਿ ਲਓ ਕਿ ਹੌਸਲੇ ਇਹਨਾਂ ਦੇ ਇੰਨੇ ਬੁਲੰਦ ਸੀਗੇ। ਚਿੜੀ ਨਹੀਂ ਫਰਕ ਸਕਦੀ ਹੁੰਦੀ ਬਾਰਡਰ ਦੇ ਉੱਤੇ ਜੇ ਪੁਲਿਸ ਦੀ ਇਨਵੋਲਵਮੈਂਟ ਨਾ ਹੋਵੇ ਤੇ ਇਹਨਾਂ ਦੇ ਅਧਿਕਾਰੀ ਇਹ ਤਾਂ ਆਪ ਉਹਨਾਂ ਨੂੰ ਲੀਵ ਪ੍ਰੋਵਾਈਡ ਕਰਵਾ ਰਹੇ ਸੀਗੇ। ਆਪ ਖੁੱਲ੍ਹਾ ਓਪਨ ਰਸਤਾ ਕਹਿੰਦੇ ਵੀ ਆਓ ਜੀ ਇੱਥੋਂ ਦੀ ਤੁਸੀਂ ਹਥਿਆਰ ਸਿੱਟੋ, ਇੱਥੋਂ ਦੀ ਤੁਸੀਂ ਡਰੱਗ ਵੀ ਪਾਓ। ਤੇ ਬੜੀ ਵਧੀਆ ਸਰਕਾਰ ਆ ਸਾਡੀ। ਇੱਕ ਪਾਸੇ ਬੜਾ ਰੌਲਾ ਪਾ ਰਿਹਾ, 6 ਮਹੀਨੇ ਤਾਂ ਇਹਨਾਂ ਨੂੰ ਬਣਿਆ ਨੂੰ ਹੋ ਗਏ। ਅਪ੍ਰੈਲ 'ਚ ਇਹ ਮੁੱਦਾ ਟੇਕਅਪ ਹੋਇਆ ਜਾਂ ਤਾਂ ਹੁਣ ਤੱਕ ਵੀ ਇਹ ਚੀਜ਼ ਅਸੀਂ ਅੱਜ ਵੀ ਮੈਂ ਇਹ ਕੁਐਸਚਨ ਰੇਜ਼ ਕੀਤਾ ਸੀ ਕੋਰਟ 'ਚ ਵੀ CBI ਦੀ ਇਨਕੁਆਇਰੀ ਕਿਉਂ ਨਹੀਂ ਹੋਈ। ਕੰਟਰੀ ਲੁੱਟ ਲਈ ਜਿਨ੍ਹਾਂ ਲੋਕਾਂ ਨੇ ਨੈਚੁਰਲ ਰਿਸੋਰਸਿਸ ਜਿਹੜੇ ਆ ਤੁਹਾਡੇ ਆਪਣੇ ਹੈਗੇ ਰਿਸੋਰਸਿਸ ਉਹ ਲੁੱਟ ਕੇ ਲੈ ਗਏ। ਉਹਨਾਂ ਵਾਸਤੇ ਸਾਡੇ ਕੋਲ ਕੋਈ ਕਾਨੂੰਨ ਨਹੀਂ ਹੈਗਾ ਉਹਨਾਂ ਵਾਸਤੇ ਵੀ ਅਸੀਂ ਉਹਦੇ ਇਹ ਸੈਂਟਰਲ ਇਹਦੇ 'ਚ ਪਰਚਾ ਹੋਣਾ ਚਾਹੀਦਾ, FIR ਹੋਣੀ ਚਾਹੀਦੀ ਹੈ ਔਰ ED ਦੀ ਵੀ ਜਾਂਚ ਅਸੀਂ ਤਾਂ ਇਸ ਚੀਜ਼ 'ਚ ਮੰਗਾਂਗੇ। ਕਰਪਸ਼ਨ ਫ੍ਰੀ ਕੰਟਰੀ ਕਰਨਾ ਉਹ ਤਾਂ ਹੀ ਹੋਊਗਾ ਜੇ ਇਹਨਾਂ ਨੂੰ ਪਹਿਲੇ ਵਾਲਿਆਂ ਨੂੰ ਸਬਕ ਦਿੱਤਾ ਜਾਵੇ। ਪੰਜਾਬ 'ਚ ਰੇਤਾ ਦਾ ਕਾਰੋਬਾਰ ਇੰਨਾ ਜ਼ਿਆਦਾ ਹੋ ਚੁੱਕਾ ਕਿ ਰੇਤਾ ਸੋਨਾ ਵੀ ਬਣ ਗਈ ਤੇ ਚਾਂਦੀ ਵੀ ਬਣ ਗਈ, ਲੇਕਿਨ ਜਿਹੜੇ ਮਾਈਨਿੰਗ ਕਰਨ ਵਾਲੇ ਨੇ ਉਹਨਾਂ ਨੇ ਦੇਸ਼ ਦੀ ਸੁਰੱਖਿਆ ਵੀ ਖਤਰੇ ਵਿੱਚ ਪਾ ਦਿੱਤੀ ਹੈਗੀ। ਔਰ ਪਿਛਲੇ ਦਿਨੀ ਹਾਈ ਕੋਰਟ ਦੇ ਵਿੱਚ ਇੱਕ ਹੀਅਰਿੰਗ ਦੇ ਮਸਲੇ ਦੇ ਵਿੱਚ BS ਬਾਰਡਰ ਸਿਕਿਉਰਿਟੀ ਫੋਰਸ ਨੇ ਇਹ ਕਿਹਾ ਕਿ ਇੰਨੀ ਜ਼ਿਆਦਾ ਪੰਜਾਬ ਦੇ ਬਾਰਡਰਾਂ 'ਤੇ ਮਾਈਨਿੰਗ ਹੋ ਚੁੱਕੀ ਕਿ ਪਾਕਿਸਤਾਨ ਤੋਂ ਸਿੱਧੇ ਟੈਂਕ ਵੀ ਆ ਸਕਦੇ। ਤੇ ਇੱਕ ਹੋਰ ਮਸਲੇ ਦੇ ਵਿੱਚ ਅੱਜ ਹਾਈ ਕੋਰਟ 'ਚ ਇੰਡੀਅਨ ਆਰਮੀ ਨੇ ਵੀ ਐਫੀਡੇਵਿਟ ਦਿੱਤਾ ਕਿ ਜਿਹੜੇ ਅਸੀਂ ਬਾਰਡਰ 'ਤੇ ਦੇਸ਼ ਦੀ ਸੁਰੱਖਿਆ ਵਾਸਤੇ ਬੰਕਰ ਬਣਾਏ ਨੇ ਉਹ ਵੀ ਖਤਰੇ 'ਚ ਨੇ। ਇਹ ਕੇਸ ਐਡਵੋਕੇਟ ਸਤਿੰਦਰ ਕੌਰ ਹੋਣਾ ਨੇ ਪਾਇਆ ਸੀ ਤੇ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਨੇ। ਕੀ ਅੱਜ ਹਾਈ ਕੋਰਟ ਦੇ ਵਿੱਚ ਆਰਮੀ ਨੇ ਜਾਂ ਗੌਰਮੈਂਟ ਆਫ ਇੰਡੀਆ ਨੇ ਆਪਣਾ ਪੱਖ ਦਿੱਤਾ, ਉਹ ਕਿੰਨਾ ਕੀ ਖਤਰਨਾਕ ਆ ਦੇਸ਼ ਦੀ ਸੁਰੱਖਿਆ ਨੂੰ ਲੈ ਕੇ? ਖਤਰਨਾਕ ਤੇ ਹੁਣ ਤੁਹਾਨੂੰ ਐਫੀਡੇਵਿਟ ਤੋਂ ਹੀ ਉਹਨਾਂ ਦੇ ਤੋਂ ਪਤਾ ਲੱਗ ਰਿਹਾ ਕਿ ਬਹੁਤ ਅਤਿਅੰਤ ਖਤਰਨਾਕ ਹੈ ਕਿਉਂਕਿ ਮੇਨ ਜਿਹੜੀ ਸਾਡਾ ਇੰਟਰਨੈਸ਼ਨਲ ਬਾਰਡਰ ਹੈ ਉਹ ਇਹਨਾਂ ਦੀ ਹਿੰਮਤ ਇੱਥੋਂ ਤਾਂ ਹੀ ਵਧੀ ਵੀ ਇਹਨਾਂ ਨੇ ਹਰ ਰੂਲ ਹਰ ਚੀਜ਼ ਸਾਡੀ ਸੁਰੱਖਿਆ ਨੂੰ ਵੀ ਛਿੱਕੇ ਟੰਗਿਆ ਤੇ ਟੰਗ ਕੇ ਉੱਥੇ ਵੀ ਇਹਨਾਂ ਨੇ ਮਾਈਨਿੰਗ ਅੰਦਰ ਪਿੱਟ ਗ੍ਰਾਂਟ ਕੀਤੀਆਂ ਪੰਜਾਬ ਸਰਕਾਰ ਨੇ। 2020 ਤੋਂ ਚੱਲ ਰਹੀਆਂ, ਅੱਜ ਤੋਂ ਨਹੀਂ ਚੱਲ ਰਹੀਆਂ, ਇਹ ਲੋਕਡਾਊਨ ਦੇ ਵਿੱਚ ਦੀ ਹੈ। ਲੋਕਡਾਊਨ ਦੇ ਵਿੱਚ ਇਹ ਪਿੱਟ ਸਟਾਰਟ ਹੋਈ, ਇਹਦੇ ਨਾਲ ਦੀਆਂ ਵੀ ਹੋਰ ਪਿੱਟ ਸੀਗੀਆਂ ਜਿਹੜੀਆਂ ਸਟਾਰਟ ਹੋਈਆਂ। ਉਦੋਂ ਬਾਅਦ ਉਸ ਟਾਈਮ ਦੇ ਉੱਤੇ ਅਸੀਂ 2020 'ਚ ਰਿਟ ਪਾਈ ਸੀ, ਅਕਤੂਬਰ ਦੇ ਵਿੱਚ ਪਾਈ ਰਿਟ। ਇਹ 25-24 ਅਕਤੂਬਰ ਨੂੰ ਇਹ ਕੰਮ ਸ਼ੁਰੂ ਹੋਇਆ ਸੀ ਤੇ ਉਦੋਂ ਬਾਅਦ ਦੇਅਰ ਆਫਟਰ ਡਿਫੈਂਸ ਮਿਨਿਸਟਰੀ ਨੂੰ ਵੀ ਤੇ ਬਾਕੀ ਸਾਰੀਆਂ ਜਿੰਨੀਆਂ ਹੋਰ ਸੈਂਟਰ ਦੀਆਂ ਏਜੰਸੀਆਂ ਸੀ ਉਹਨਾਂ ਨੂੰ ਅਪਰੋਚ ਕੀਤਾ ਸੀ, ਈਮੇਲ ਵੀ ਪਾਈਆਂ। ਇਹ ਜੂਰਿਸਡਿਕਸ਼ਨ ਪੈਂਦੀ ਹੈ 11 ਇਨਫੈਂਟਰੀ ਆਰਮੀ ਦੀ। ਅੱਛਾ, ਆਰਮੀ ਅਧਿਕਾਰੀਆਂ ਨੂੰ ਜਦੋਂ ਅਸੀਂ ਉਦੋਂ ਵੀ ਉੱਥੇ ਪੁੱਛਿਆ ਸੀ ਉਹ ਉਹਨਾਂ ਨੂੰ ਮਿਸਲੀਡ ਕਰ ਰਹੇ ਸੀ ਬਿਕੋਜ਼ ਦੇ ਆਰ ਫਰੋਮ ਦੀ ਆਊਟਸਾਈਡ ਸਟੇਟਸ ਨਾ। ਹਾਂ, ਤਾਂ ਇਹ ਉਹਨਾਂ ਨੂੰ ਕੰਟੀਨਿਊਸਲੀ ਜਿਹੜੇ ਇਹ ਇੰਨਾ ਇਨਫਲੂਐਂਸ ਰੱਖ ਰਹੀ ਸੀ ਸਰਕਾਰ। ਤੁਸੀਂ ਇਹ ਗੱਲ ਵੇਖੋ ਵੀ ਅੰਡਰ ਪੁਲਿਸ ਦੀ ਸਹਿਯੋਗ ਤੋਂ ਬਿਨਾਂ ਤਾਂ ਇਹੋ ਜਿਹਾ ਕੁਝ ਚੱਲ ਹੀ ਨਹੀਂ ਸਕਦਾ। ਉੱਥੇ ਮਹੀਨਾ ਡੇਢ ਮਹੀਨਾ ਤਾਂ ਬੰਦ ਜ਼ਰੂਰ ਹੋਈ ਸੀ। ਇੱਕ ਵਾਰੀ ਉੱਥੇ ਰੌਲਾ ਪਿਆ ਸੀ ਦਸੰਬਰ ਜਨਵਰੀ ਦੇ ਵਿੱਚ ਜਦੋਂ ਅਸੀਂ ਇੱਥੇ ਰਿਟ ਪਾਈ। ਉਸ ਤੋਂ ਬਾਅਦ ਸਾਨੂੰ ਇਹ ਨਹੀਂ ਸੀ ਪਤਾ ਵੀ ਉਹ ਉੱਥੇ ਅੰਡਰ ਕਵਰ ਚੱਲ ਰਹੀ ਸੀ। ਜਦੋਂ ਹੁਣ ਆਫਟਰ ਲੋਕਡਾਊਨ ਮੈਟਰ ਟੇਕ ਅਪ ਹੋਇਆ ਨਾ ਇੱਥੇ ਹਾਈ ਕੋਰਟ 'ਚ ਤੇ
ਉਸ ਟਾਈਮ ਦੇ ਉੱਤੇ ਅਸੀਂ ਇਹਨੂੰ ਜਿਹੜੀ ਗੂਗਲ ਮੈਪ ਦੇ ਉੱਤੇ ਜਦੋਂ ਗੂਗਲ ਸੈਟਲਾਈਟ ਤੋਂ ਵੇਖਿਆ ਤੇ ਉੱਥੇ ਹੋਰ ਹੀ ਮਤਲਬ ਚੀਜ਼ ਇਹ ਨਿਕਲੀ ਕਿ ਉਹਦੇ ਸਕਸ਼ਨ ਮਾਈਨਿੰਗ ਚੱਲ ਰਹੀ ਸੀ ਔਰ ਅੰਡਰ ਕਵਰ ਚੱਲ ਰਹੀ ਸੀ, ਵਿਦ ਵਹੀਕਲ ਚੱਲ ਰਹੀ ਸੀ। ਫਿਰ ਅਸੀਂ ਇਹ ਸਾਰਾ ਜਿਹੜਾ ਮੁੱਦਾ ਸੀ ਜੋ ਚੀਫ ਜਸਟਿਸ ਦੇ ਅੱਗੇ ਰੱਖਿਆ ਤੇ ਉਹਨਾਂ ਨੇ ਵੇਖ ਕੇ ਉਹਨਾਂ ਨੇ ਕਿਹਾ ਵੀ ਰਿਪੋਰਟ ਦਿਓ। BSF ਜਿਹੜੀ ਦੂਜਾ ਮੈਟਰ ਸੀਗਾ, ਇੱਕ ਹੋਰ ਮੈਟਰ ਸੀਗਾ, ਉਹ ਵੀ ਉਸ ਪਿੱਛੇ ਟੇਕਅਪ ਹੋਇਆ ਸੀ ਨਾਲ, ਉਹਦੇ ਵਿੱਚ BSF ਰਿਪੋਰਟ ਦੇ ਗਈ ਸੀ। ਸਾਡੇ 'ਚ ਵੀ ਪਿਛਲੇ ਹਫਤੇ ਜਿਹੜਾ ਲਾਸਟ ਵੀਕ ਵੀ ਸੀਗਾ ਉਸ ਦਿਨ ਆਰਡਰ ਹੋ ਗਿਆ ਸੀ ਪਿਛਲੀ ਹੀਅਰਿੰਗ ਦੇ ਵਿੱਚ ਵੀ ਉੱਥੇ ਪੋਸਟ ਮੌਨਸੂਨ ਵੀ ਰੋਕੀ ਜਾਊਗੀ ਤੇ ਆਰਮੀ ਤੋਂ ਐਫੀਡੇਵਿਟ ਮੰਗਿਆ ਸੀ ਵੀ ਉੱਥੇ ਤੁਸੀਂ ਇਹ ਦੱਸੋ, ਕਿਉਂਕਿ ਅਸੀਂ ਤਾਂ ਪਰਟੀਕੂਲਰਲੀ ਸਪੈਸੀਫਿਕਲੀ ਇਹ ਗੱਲ ਆਖੀ ਸੀ ਵੀ ਉੱਥੇ 5 ਬੰਕਰ ਨੇ, ਵੱਡੇ ਅੰਡਰਗਰਾਊਂਡ ਬੰਕਰ ਹੈ ਜਿਹੜੇ ਸਟ੍ਰੈਟੇਜੀਕਲੀ ਬਹੁਤ ਇੰਪੋਰਟੈਂਟ ਹੈ। ਜੇ ਕੋਈ ਵਾਰ ਲੱਗਦੀ ਹੈ, ਵਾਰ 'ਚੋਂ ਯੂਜ਼ ਹੁੰਦੇ ਆ। ਰੌਲਾ ਅਸੀਂ ਤਾਂ ਪਾਇਆ ਸੀ, ਉੱਥੋਂ ਦੇ ਲੋਕਲ ਲੋਕ ਜਦੋਂ ਸਾਡੇ ਕੋਲ ਆਏ ਸੀ ਉਹ ਆਂਦੇ ਵੀ ਇਹ ਤਾਂ ਕਰਕੇ ਚਲੇ ਜਾਣਗੇ ਮਾਈਨਿੰਗ, ਇਹ ਤਾਂ ਮਾਈਨਿੰਗ ਕਰਕੇ ਨਿਕਲ ਗਏ 4-6 ਮਹੀਨਿਆਂ ਦੇ ਵਿੱਚ ਦੀ ਜਾਂ 3 ਮਹੀਨੇ 'ਚ ਵੀ। ਉੱਥੋਂ ਜੇ ਇਨ ਕੇਸ ਫਲੱਡ ਆ ਜਾਂਦਾ ਜਾਂ ਸਾਡੀ ਪਾਕਿਸਤਾਨ ਨਾਲ ਵਾਰ ਹੁੰਦੀ ਆ, ਉਹ ਤਾਂ ਅੰਦਰ ਹੀ ਕਲੈਪਸ ਹੋ ਜਾਣਗੇ, ਸਾਡੇ ਤਾਂ ਜਵਾਨ ਉੱਥੇ ਮਰ ਜਾਣਗੇ, ਤੇ ਇਸ ਕਰਕੇ ਇਹਨੂੰ ਰੋਕਿਆ ਜਾਵੇ। ਪਰ ਇਹਨਾਂ ਨੇ ਜੀ ਕੋਈ ਇਸ ਚੀਜ਼ ਦੀ ਦੇਖੋ ਪਰਵਾਹ ਨਹੀਂ ਕੀਤੀ। ਈਵਨ ਦਰਿਆ ਦੇ ਅੰਦਰ ਸਕਸ਼ਨ ਮਾਈਨਿੰਗ ਚੱਲਦੀ ਰਹੀ ਤੇ ਹੁਣ ਬਿਲਕੁਲ ਐਨੂੰ ਕੱਚਾ ਚਿੱਠਾ ਜਿਹੜਾ ਕਹਿ ਲਓ ਤੁਸੀਂ ਵੀ ਇਹਨਾਂ ਦੀਆਂ ਕਰਤੂਤਾਂ ਦਾ ਆ ਸਾਹਮਣੇ ਆ ਗਿਆ। ਆਰਮੀ ਸੈਂਟਰ ਸਰਕਾਰ ਦੇ ਐਡਵੋਕੇਟ ਨੇ ਸਤਿਆਪਾਲ ਜੈਨ ਜੀ ਆ, ਉਹਨਾਂ ਨੇ ਐਫੀਡੇਵਿਟ ਦਿੱਤਾ, ਆਰਮੀ ਐਫੀਡੇਵਿਟ ਦੇ ਗਈ ਹੈ ਕਿ ਬੰਕਰ ਜਿਹੜੀ ਆ ਉਹਨਾਂ ਨੂੰ ਇਹਨਾਂ ਨੇ ਕਲੋਜ਼ ਪ੍ਰੋਕਸੀਮਿਟੀ 'ਤੇ ਉੱਥੇ ਕੀਤਾ। ਬੰਕਰਾਂ ਨੂੰ ਪੂਰਾ ਖਤਰਾ ਹੈ ਉੱਥੇ। ਜੇ ਮਿੱਟੀ ਧੱਸਦੀ ਹੈ ਤੇ ਉਹ ਬੰਕਰ ਵੀ ਧੱਸ ਸਕਦੇ ਆ ਉੱਥੇ ਜਿਹੜੇ। ਤੇ ਇਹ ਵੀ ਇਹ ਗੱਲ ਵੀ ਦੱਸੀ ਗਈ ਹੈ ਕਿ ਇਨ ਕੇਸ ਜੇ ਹਮਲਾ ਹੋ ਜਾਂਦਾ ਤੇ ਇਹਨਾਂ ਨੂੰ ਸਾਨੂੰ ਜੇ ਕਾਊਂਟਰ ਅਟੈਕ ਕਰਨਾ ਪੈ ਜਾਏ, ਕਾਊਂਟਰ ਅਟੈਕ 'ਚ ਵੀ ਸਾਨੂੰ ਦਿੱਕਤ ਆਊਗੀ ਵੀ ਜੇ ਮਾਈਨਿੰਗ ਏਰੀਆ ਉੱਥੇ ਚੱਲਦੀ ਹੈ। ਇਹ ਵੀ ਗੱਲ ਹੋ ਗਈ ਪੱਕੀ। ਇਹਦੇ ਵਿੱਚ ਗੱਲ ਦੱਸਤੀ ਉਹਨਾਂ ਨੇ, ਕਹਿਤੀ ਕਿ ਰਿਵਰ ਦੀ ਜਿਹੜੀ ਡੂੰਘਾਈ ਆ ਉੱਥੋਂ ਮਾਈਨਿੰਗ ਜ਼ਿਆਦਾ ਹੋਣ ਕਰਕੇ ਬਹੁਤ ਡੂੰਘੀ ਆ ਤੇ ਰਿਵਰ ਜਿਹੜੀ ਹੈ ਉਹ ਆਪਦਾ ਜਿਹੜਾ ਨੈਚੁਰਲ ਵਹਾਅ ਆ ਉਹਨੂੰ ਵੀ ਚੇਂਜ ਕਰ ਸਕਦੀ ਹੈ ਤੇ ਉੱਥੇ ਕਦੀ ਵੀ ਫਲੱਡ ਵੀ ਆ ਸਕਦੇ। ਇਹ ਚੀਜ਼ਾਂ ਸਾਰੀਆਂ ਬਹੁਤ ਕਲੀਅਰ ਕੱਟ ਆਰਮੀ ਨੇ ਆਪਦੇ ਐਫੀਡੇਵਿਟ 'ਚ ਦੇ ਦਿੱਤੀਆਂ। ਤੇ ਹੁਣ ਤੁਸੀਂ ਵੇਖੋ ਵੀ ਇਹ ਤੋਂ ਬਾਅਦ ਹੋਰ ਕੀ ਚਾਹੀਦਾ ਸੀ ਸਾਨੂੰ। ਅਸੀਂ ਪੌਣੇ 2 ਸਾਲ ਤੋਂ ਇਸ ਚੀਜ਼ ਨੂੰ ਚੱਕੀ ਬੈਠੇ ਸੀ, ਪਰ ਪੌਣੇ 2 ਸਾਲ ਸ਼ਰੇਆਮ ਹਰ ਨਿਯਮ ਕਾਨੂੰਨ, ਈਵਨ ਇਹਨਾਂ ਨੇ ਮੁਲਕ ਦੀ ਸੁਰੱਖਿਆ ਵੀ ਦਾਅ 'ਤੇ ਲਾਤੀ। ਇੱਥੋਂ ਤੱਕ ਇਹਨਾਂ ਦੀਆਂ ਤੁਸੀਂ ਕਹਿ ਲਓ ਕਿ ਹੌਸਲੇ ਇਹਨਾਂ ਦੇ ਇੰਨੇ ਬੁਲੰਦ ਸੀਗੇ ਕਿ ਇਹਨਾਂ ਨੇ ਮੁਲਕ ਦੀ ਸੁਰੱਖਿਆ ਵੀ ਦਾਅ 'ਤੇ ਲਾਈ ਤੇ ਉਹ ਹੁਣ ਸਾਰੇ ਕਾਗਜ਼ ਜਿਹੜੇ ਉਹ ਸਾਰੇ ਸਾਹਮਣੇ ਆ ਚੁੱਕੇ ਆ। ਜਿਹੜੇ ਸਭ ਤੋਂ ਵੱਡੇ ਜਿਹੜੇ ਇੱਕ ਕੋਈ ਜੇ ਕੱਲ੍ਹ ਨੂੰ ਉੱਥੇ ਖੁਦਾ ਨਾ ਖਾਸਤਾ ਅਟੈਕ ਹੁੰਦਾ ਦੋਨਾਂ ਦੇਸ਼ਾਂ ਦੇ ਵਿਚਕਾਰ, ਮਤਲਬ ਸਾਡੀ ਜਿਹੜੀ ਇੰਡੀਅਨ ਆਰਮੀ ਆ ਇਹ ਡਿਫੈਂਸ ਕੀ ਕਰ ਸਕਣਗੇ? ਇਹ ਖੁਦ ਆਪਣੀ ਜਾਨ ਹੀ ਬਚਾ ਲੈਣ, ਇੰਨਾ ਹੀ ਬਹੁਤ ਆ ਜਿਸ ਹਿਸਾਬ ਦੇ ਨਾਲ ਉੱਤੇ ਮਾਈਨਿੰਗ ਹੋਈ ਆ। ਇਹ ਦੇਖੋ ਜੀ ਗੱਲ ਇਉਂ ਆ, ਜੇ ਅਸੀਂ ਇਹ ਮੁੱਦਾ ਹੁਣ ਤੇ ਦੇਖੋ ਆਰਮੀ ਨੇ ਆਪਦੀ ਸਟ੍ਰੈਟਜੀ ਅਪਣਾ ਲਈ ਹੋਊਗੀ ਉੱਥੇ। ਇਦੋਂ ਬਾਅਦ ਕੀ ਹੋਇਆ, ਪਿਛਲੇ ਹਫਤੇ ਇੱਕ ਹੋਰ ਉੱਥੇ ਮੀਡੀਆ ਪਰਸਨ ਵੀ ਜਾਂ ਕੁਛ ਉੱਥੇ ਜਾ ਕੇ ਆਏ, ਉਹ ਦੇਖ ਕੇ ਆਏ ਆ। ਇਹਨਾਂ ਨੇ ਜਦੋਂ ਕਿਤੇ ਰਿਵਰ ਦਾ ਵਹਾਅ ਉੱਥੇ ਹੋਇਆ ਚੇਂਜ, ਜਿਹੜੇ ਅਸੀਂ 5 ਨੰਬਰ ਬੰਕਰ ਕਿਹਾ ਸੀ ਕਿ ਉਹਦੇ ਨਾਲ ਦੀ ਉਹਨੂੰ ਖਤਰਾ ਹੈ, 5 ਨੰਬਰ ਬੰਕਰ ਵੱਡਾ ਬੰਕਰ ਸੀ ਉੱਥੇ ਫਿਰ ਇਸ ਪੰਜਾਬ ਸਰਕਾਰ ਨੇ ਆਪ ਹੀ ਸਟੱਡ ਲਾਏ। ਹੁਣ ਅਸੀਂ ਤਾਂ ਇਹਨਾਂ ਨੂੰ ਅਜੇ ਗੱਲ ਵੀ ਪੁੱਛਣੀ ਸੀ ਵੀ ਜੇ ਉੱਥੇ ਮਾਈਨਿੰਗ, ਇਹ ਆ ਕੇ ਜਵਾਬ ਦਿੰਦੇ ਰਹੇ ਉੱਥੇ ਮਾਈਨਿੰਗ ਹੁੰਦੀ ਨਹੀਂ ਸੀ। ਜੇ ਮਾਈਨਿੰਗ ਹੁੰਦੀ ਨਹੀਂ ਸੀ ਫਿਰ ਤੁਸੀਂ ਸਟੱਡ ਕਿਉਂ ਲਾਏ? ਪਹਿਲਾਂ ਤਾਂ ਇਹ ਦੱਸੋ। ਪੰਜਾਬ ਸਰਕਾਰ ਨੇ ਅੱਜ ਵੀ ਕੋਈ ਜਵਾਬ ਨਹੀਂ ਦਿੱਤਾ। ਜਵਾਬ ਇਹਨਾਂ ਨੇ ਦੇਣਾ ਸੀ। ਇਹ ਬਚਦੇ ਰਹੇ ਆ ਪਿਛਲੇ ਪੌਣੇ 2 ਸਾਲ ਤੋਂ, ਪਰ ਹੁਣ ਆਰਮੀ ਦੀ ਇਹ ਸਾਰੀ ਗੱਲ ਸਾਹਮਣੇ ਆ ਗਈ। ਆਰਮੀ ਦੇਖੋ ਇਹ ਹੈ ਵੀ ਠੀਕ ਹੈ, ਨੁਕਸਾਨ ਇਹਨਾਂ ਨੇ ਬਹੁਤ ਕੀਤਾ। ਸਾਨੂੰ ਨਹੀਂ ਪਤਾ ਉੱਥੋਂ ਦੀ ਕਿੰਨੀ ਜਾਂ ਸਮਗਲਿੰਗ ਹੋਈ ਹੋਵੇ ਜਾਂ ਕੀ ਹੋਇਆ ਕੀ ਨਾ ਹੋਇਆ, ਜੋ ਸੰਭਾਵਨਾਵਾਂ ਹੋ ਸਕਦੀਆਂ। ਬਟ ਇਹ ਚੀਜ਼ ਹੈ ਕਿ ਇਨ ਕੇਸ ਜੇ ਤੁਸੀਂ ਕਹਿੰਦੇ ਹੋ ਨਾ ਵੀ ਜੇ ਖਤਰਾ ਹੋਇਆ, ਉਹ ਤਾਂ ਚਲੋ ਹੁਣ ਇਸ ਟਾਈਮ ਦੇ ਉੱਤੇ ਤਾਂ ਆਰਮੀ ਇਜ਼ ਵੈਲ ਇਕਵਿਪਡ ਫੋਰਸ, ਸਾਡੀ ਜਿਹੜੀ ਬੜੀ ਸਟਰੋਂਗ ਫੋਰਸ ਹੈ। ਉਹ ਮਾਈਨਿੰਗ ਉਹਨਾਂ ਨੇ ਕਿਹਾ ਵੀ ਇੱਥੋਂ ਬੰਦ ਹੋਣੀ ਚਾਹੀਦੀ ਹੈ। ਉਹਨਾਂ ਦੇ ਕਹਿਣ ਦਾ ਭਾਵ ਇਹ ਹੈ ਕਿ ਮਾਈਨਿੰਗ ਬੰਦ ਹੋ ਜਾਣੀ ਚਾਹੀਦੀ ਹੈ ਇਸ ਏਰੀਏ 'ਚ, ਇੱਥੇ ਮਾਈਨਿੰਗ ਨਹੀਂ ਅਲਾਓ ਹੋਣੀ ਚਾਹੀਦੀ, ਤਾਂ ਕਿ ਇਨ ਕੇਸ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਦੂਸਰੀ ਉੱਧਰੋਂ ਹਮਲਾ ਵਗੈਰਾ ਕੁਛ ਹੁੰਦਾ ਅਤੇ ਉਹ ਆਪਣੀ ਉਹ ਕੰਟਰੀ ਦੀ ਸੁਰੱਖਿਆ ਕਰ ਸਕਦੀ ਹੈ। ਜ਼ਿਆਦਾ ਕਿਸ ਇਲਾਕੇ 'ਚ ਹੋ ਰਹੀ ਹੈ? ਪੰਜਾਬ ਦੇ ਕਿਸ ਜ਼ਿਲ੍ਹੇ 'ਚ? ਸਰਹੱਦੀ ਜ਼ਿਲ੍ਹਾ ਕਿਹੜਾ? ਮੈਂ ਤਾਂ ਵੇਖੋ ਉਸ ਟਾਈਮ ਦੇ ਉੱਤੇ ਤਾਂ ਇਹ ਸੀ ਨਾ ਕਿ ਅਸੀਂ ਤਾਂ ਸਾਨੂੰ ਸਿਰਫ ਅੰਮ੍ਰਿਤਸਰ ਦਾ ਪਤਾ ਸੀ, ਇਹ ਨਹੀਂ ਸੀ ਪਤਾ ਵੀ ਇਹ ਗੁਰਦਾਸਪੁਰ, ਪਠਾਨਕੋਟ, ਸਾਰੀ ਬੈਲਟ 'ਚ ਇਹ ਹੋ ਰਹੀ ਹੈ। ਉੱਪਰੋਂ ਲੈ ਕੇ ਜਿੱਥੋਂ ਕਹਿੰਦੇ ਬੈਲਟ ਸ਼ੁਰੂ ਹੋ ਰਹੀ ਹੈ ਨਾ ਰਾਵੀ ਦੀ, ਉਹ ਨੀਚੇ ਤੱਕ ਜੇ ਸਤਲੁਜ ਵੀ ਨਾਲ ਜਾ ਰਹੀ ਸੀ। ਈਵਨ ਖਬਰ ਤਾਂ ਇਹ ਵੀ ਪਹਿਲਾਂ ਵੀ ਲੱਗੀ ਸੀ, 2020 'ਚ ਵੀ ਲੱਗੀ ਸੀ ਵੀ ਉੱਧਰ ਫਿਰੋਜ਼ਪੁਰ ਬਾਰਡਰ 'ਤੇ ਵੀ, ਕਿਉਂਕਿ ਕਾਫੀ ਅਸੀਂ ਨਾ ਸਾਡੀ ਸਰਹੱਦ ਜਿਹੜੀ ਆ ਉਹ ਦਰਿਆਵਾਂ ਦੀ ਬਿਲਕੁਲ ਸਾਂਝੀ ਆ ਅਤੇ ਬੜੀ ਲੰਬੀ ਸਰਹੱਦ ਹੈ। ਬਟ ਇਹਨਾਂ ਨੇ ਉਹ ਜਿਹੜੀ ਜਗ੍ਹਾ ਦੇ ਉੱਤੇ ਜਾਣ ਦੀ ਕਿਸੇ ਨੂੰ ਪਰਮਿਸ਼ਨ ਨਹੀਂ, ਉੱਥੇ ਦੱਸੋ ਮਾਈਨਿੰਗ ਕੁਐਰੀ ਲਾਤੀ ਇਹਨਾਂ। ਦੇ ਹੈਵ ਨਾਟ ਪੁੱਟ ਲਾਈਵਸ ਆਫ ਦੀ, ਦੇ ਹੈਵ ਨਾਟ ਪੁੱਟ ਓਨਲੀ ਦੀ ਡੇਂਜਰ ਟੂ ਦਾ ਕੰਟਰੀ ਐਜ਼ ਵੈਲ ਐਜ਼ ਫॉर ਦੀ ਪੀਪਲ ਆਲਸੋ। ਉੱਥੇ ਹੁਣ ਜੇ
ਖੁਦਾ ਨਾ ਖਾਸਤਾ ਜੀ ਇਸ ਦਰਮਿਆਨ 'ਚ ਕੋਈ ਗੱਲ ਹੋ ਜਾਂਦੀ, ਜਾਂ ਮੰਨ ਲਓ ਆ ਕਿਤੇ ਬੰਕਰ ਕਲੈਪਸ ਹੋ ਜਾਣ, ਜਾਂ ਉੱਥੇ ਲੜਾਈ ਦੇ ਵਿੱਚ ਲੱਗੀ ਹੋਵੇ, ਵਿੱਚ ਦੀ ਪਾਣੀ ਛੱਡ ਦਿੱਤਾ ਜਾਵੇ, ਤੇ ਸਾਡੇ ਅਸੀਂ ਤਾਂ ਆਪਦੇ ਜਵਾਨ ਆਪ ਹੀ ਮਰਾ ਲਏ ਇਸ ਹਿਸਾਬ ਦੇ ਨਾਲ, ਅਸੀਂ ਤਾਂ ਆਪ ਹੀ ਸਿਚੁਏਸ਼ਨ ਇੱਥੋਂ ਤੱਕ ਇਹਨਾਂ ਦੀ ਸਰਕਾਰਾਂ ਦਾ ਇੰਨਾ ਲਾਲਚ ਵਧਿਆ। ਤੁਸੀਂ ਇਹ ਵੇਖੋ, ਕਹਿੰਦੇ ਜੀ ਸਾਡੇ ਪੰਜਾਬ ਸਰਕਾਰ ਕੋਲ ਪੈਸੇ ਹੈ ਨਹੀਂ। 2020 ਦੀ ਇਹਨਾਂ ਨੇ ਇੱਕ ਨਾ ਸਾਨੂੰ ਰਿਪਲਾਈ ਦਿੱਤੀ ਸੀ, ਰਿਪਲਾਈ 'ਚ ਇਹ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਪੈਸੇ ਰੇਜ਼ ਕਰਨੇ ਇਸ ਲਈ ਮਾਈਨਿੰਗ ਕਰ ਰਹੀ ਹੈ। ਕਿ ਤੁਸੀਂ ਪੈਸੇ ਇੰਨੇ ਇੰਪੋਰਟੈਂਟ ਹੈਗੇ ਕਿ ਤੁਸੀਂ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਪੰਜਾਬ ਸਰਕਾਰ ਨੂੰ ਵੀ ਪੈਸੇ ਇੰਨੇ ਇੰਪੋਰਟੈਂਟ ਸੀ ਤੁਹਾਡੇ ਵਾਸਤੇ ਕਿ ਤੁਸੀਂ ਦੇਸ਼ ਦੀ ਜਿਹੜੀ ਸੁਰੱਖਿਆ ਹੀ ਉਹੀ ਤੁਸੀਂ ਛਿੱਕੇ ਟੰਗ ਦਿੱਤੀ ਹੈਗੀ ਹੈ, ਵੀ ਉਹਦੇ ਨਾਲ ਹੀ ਖਿਲਵਾੜ ਕਰ ਲਈ ਏਡੀ ਵੱਡੀ। ਪਿਛਲੀ ਸਰਕਾਰ ਨੇ ਜੋ ਕਰਨਾ ਸੀ ਕਰ ਦਿੱਤਾ ਹੈਗਾ। ਇਹ ਜਿਹੜੀ ਨਵੀਂ ਸਰਕਾਰ ਹੈ ਉਸ ਦਰਮਿਆਨ ਵੀ ਮਾਈਨਿੰਗ ਹੁੰਦੀ ਰਹੀ ਇਹਨਾਂ ਸੈਕਟਰ? ਬਿਲਕੁਲ ਹੁੰਦੀ ਰਹੀ ਮਾਈਨਿੰਗ ਦਾ। ਆ ਸਾਡੇ ਕੋਲ ਸਬੂਤ ਆ ਗਏ, ਜਿਹੜੀ ਉਸ ਦਰਿਆ 'ਚ ਹੋਰਾਂ ਸਾਈਟਸ ਤੋਂ, ਇਹ ਬੜੀ ਇੱਕ ਲੰਬਾ ਸਟ੍ਰੈਚ ਸੀਗਾ, ਕਿੰਨਾ 1.5 ਕਿਲੋਮੀਟਰ ਦਾ ਇਸ ਏਰੀਆ 'ਚ ਹੀ ਚੱਲ ਰਹੀ ਸੀ ਡਿਫਰੈਂਟ ਸਪੌਟਸ ਦੇ ਉੱਤੇ, ਤੇ ਹੋਰ ਥਾਵਾਂ ਤੋਂ ਵੀ ਸਾਡੇ ਕੋਲ ਵੀਡੀਓ ਹੈਗੇ ਸੀਗੇ। 20 ਜੂਨ ਤੱਕ ਚੱਲਦੀ ਰਹੀ ਆ ਹੁਣ ਤੱਕ, ਡਿਸਪਾਈਟ ਕਿ ਸਟੇਟ ਨੇ ਸਾਨੂੰ ਇਹ ਵੀ ਸਟੇਟ ਨੇ ਜਵਾਬ ਦਿੱਤਾ ਸੀ ਵੀ ਮਾਈਨਿੰਗ ਜੀ ਬੰਦ ਹੈ। ਇਹਨਾਂ ਨੇ ਕੋਰਟ ਦੇ ਵਿੱਚ ਆਖਿਆ ਵੀ ਇੱਥੇ ਮਾਈਨਿੰਗ ਨਹੀਂ ਹੋਊਗੀ, ਤਾਂ ਵੀ ਉੱਥੇ ਅੰਦਰ ਚੱਲਦੀ ਪਈ ਸੀ, ਤੇ ਅਧਿਕਾਰੀ ਸਾਰੇ ਸ਼ਾਮਲ ਸੀ ਉੱਥੇ ਇਹਦੇ ਵਿੱਚ। ਈਵਨ ਸਾਡੇ ਕੋਲ ਤਾਂ ਹੋਰ ਵੀ ਕਾਫੀ ਸਾਰੇ ਸਬੂਤ ਹੈਗੇ, ਹੋਰ ਵੀ ਕਾਫੀ ਸਾਰੀ ਗਵਾਹੀ ਇਹਦੇ ਵਿੱਚ ਹੈਗੀ, ਅਸੀਂ ਦੇ ਸਕਦੇ ਹਾਂ। ਕਲੀਅਰ ਕੱਟ ਇੱਕ ਤਾਂ ਸਰਕਾਰ ਦੀ ਇਨਵੋਲਵਮੈਂਟ, ਦੂਜਾ ਪੁਲਿਸ ਦੀ ਵੀ ਇਨਵੋਲਵਮੈਂਟ ਡਾਇਰੈਕਟ ਸੀ ਜੀ। ਬਿਲਕੁਲ ਇਨਵੋਲਵਮੈਂਟ ਤੋਂ ਬਗੈਰ ਤੁਸੀਂ ਵੇਖੋ, ਜੇ ਚਿੜੀ ਨਹੀਂ ਫਰਕ ਸਕਦੀ ਹੁੰਦੀ ਬਾਰਡਰ ਦੇ ਉੱਤੇ ਉਸ ਏਰੀਏ ਦੇ ਵਿੱਚ, ਕਿਸੇ ਵੀ ਏਰੀਏ 'ਚ, ਜੇ ਪੁਲਿਸ ਦੀ ਇਨਵੋਲਵਮੈਂਟ ਨਾ ਹੋਵੇ। ਤੇ ਇਹਨਾਂ ਦੇ ਅਧਿਕਾਰੀ ਇਹ ਤਾਂ ਆਪ ਉਹਨਾਂ ਨੂੰ ਲੀਵ ਏ ਪ੍ਰੋਵਾਈਡ ਕਰਵਾ ਰਹੇ ਸੀਗੇ, ਆਪ ਖੁੱਲ੍ਹਾ ਓਪਨ ਰਸਤਾ ਕਹਿੰਦੇ ਵੀ ਆਓ ਜੀ ਇੱਥੋਂ ਦੀ ਤੁਸੀਂ ਹਥਿਆਰ ਸਿੱਟੋ, ਇੱਥੋਂ ਦੀ ਤੁਸੀਂ ਡਰੱਗ ਵੀ ਪਾਓ। ਤੇ ਬੜੀ ਵਧੀਆ ਸਰਕਾਰ ਆ ਸਾਡੀ। ਇੱਕ ਪਾਸੇ ਬੜਾ ਰੌਲਾ ਪਾ ਰਿਹਾ, 6 ਮਹੀਨੇ ਤਾਂ ਇਹਨਾਂ ਨੂੰ ਬਣਿਆ ਨੂੰ ਹੋ ਗਏ। ਅਪ੍ਰੈਲ 'ਚ ਇਹ ਮੁੱਦਾ ਟੇਕਅਪ ਹੋਇਆ, ਜਾਂ ਤਾਂ ਹੁਣ ਤੱਕ ਵੀ ਇਹ ਚੀਜ਼ ਅਸੀਂ ਅੱਜ ਵੀ ਮੈਂ ਇਹ ਕੁਐਸਚਨ ਰੇਜ਼ ਕੀਤਾ ਸੀ ਕੋਰਟ 'ਚ ਵੀ, CBI ਦੀ ਇਨਕੁਆਇਰੀ ਕਿਉਂ ਨਹੀਂ ਹੋਈ ਇਸ ਮੈਟਰ ਦੀ, ਵੀ ਤੁਸੀਂ ਇਹ ਚੱਲੀ ਕਿਉਂ, ਹਜੇ ਤੱਕ ਵੀ ਕੋਈ ਵੀ ਕਾਰਵਾਈ ਕਿਉਂ ਨਹੀਂ ਹੋਈ। ਸਿਰਫ ਕੋਰਟ 'ਚ ਹੀ ਐਕਸ਼ਨ ਹੋਇਆ। ਉੱਥੇ ਇਹ ਕੀ ਕਰਦੇ ਆ, ਇਹਨਾਂ ਦਾ ਐਂ ਆ ਵੀ ਟਰੱਕਾਂ ਵਾਲਿਆਂ 'ਤੇ ਜਾਂ ਜਿਹੜੇ ਟਰੈਕਟਰ ਟਰਾਲੀ ਵਾਲੇ, ਉਹ ਫੜ ਕੇ ਉਹਨਾਂ ਦੇ ਪਰਚੇ ਦੇ ਕੇ ਉਹ ਕੋਰਟ 'ਚ ਦਿਖਾ ਦਿੰਦੇ ਸੀ। ਪਰ ਇਸ ਵਾਰੀ ਜਿਹੜਾ ਹੈਗਾ ਕੋਰਟ ਨੇ ਜੋ ਸਖਤ ਨੋਟਿਸ ਲਿਆ, ਹੁਣ ਉਹ ਕੰਮ ਨਹੀਂ ਚੱਲਣਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜਿਹੜੇ ਬੰਦੇ ਇਸ 'ਚ ਇਨਵੋਲਵ ਹੈ ਕਿ ਉਹ ਤੁਸੀਂ ਉਸ ਸੈਕਟਰ ਦੇ ਵਿੱਚ ਇਹਨਾਂ ਨੂੰ ਕੁਐਰੀਜ਼ ਜਿਹੜੀਆਂ ਹੈਗੀਆਂ ਪਿੱਟ ਦਿੱਤੀਆਂ ਹੈਗੀਆਂ, ਉਹ ਸਾਰਿਆਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਸ ਚੀਜ਼ 'ਚ, ਉਹਨਾਂ ਦੀ ਪ੍ਰੋਬ ਹੋਣੀ ਚਾਹੀਦੀ ਹੈ। ਕਿੰਨੇ ਡੂੰਘੇ ਹੱਥ ਸੀ ਇਹਨਾਂ ਦੇ, ਕਿੰਨਾ ਇਹਨਾਂ ਨੇ ਉਹਦੇ 'ਚੋਂ ਨਜਾਇਜ਼ ਪੈਸੇ ਕਮਾਏ, ਉਹ ਸਾਰੇ ਸਰਕਾਰ ਨੂੰ ਵਾਪਸ ਆਉਣੇ ਚਾਹੀਦੇ ਸੀ। ਕਿਉਂਕਿ ਜਿਹੜੀ ਰੇਤ ਹੈ, ਸੈਂਡ ਹੈ, ਕੋਈ ਵੀ ਨੈਚੁਰਲ ਰਿਸੋਰਸ ਹੈ, ਐਨੀ ਨੈਚੁਰਲ ਰਿਸੋਰਸ ਇਜ਼ ਅ ਪਬਲਿਕ ਕਮੋਡਿਟੀ। ਇਹ ਆਲਰੇਡੀ ਸੁਪਰੀਮ ਕੋਰਟ ਵੀ ਇਹ ਦੇ ਚੁੱਕੀ ਹੈ, ਜਿਹੜੀਆਂ ਸਾਊਥ ਦੇ ਵਿੱਚ ਕੋਰਟਸ ਉਹ ਕਹਿ ਚੁੱਕੀਆਂ ਕਿ ਜਿਹੜੇ ਨੈਚੁਰਲ ਰਿਸੋਰਸਿਸ ਆਰ ਦੀ ਪਬਲਿਕ ਕਮੋਡਿਟੀਜ਼। ਤੇ ਪਬਲਿਕ ਕਮੋਡਿਟੀਜ਼ ਨੂੰ ਕਿਵੇਂ ਇਹ ਲੁੱਟ ਖਸੁੱਟ ਕਰ ਸਕਦੇ ਆ? ਲੁੱਟ ਖਸੁੱਟ ਕਰਕੇ ਤੇ ਆਦੀਆਂ ਇਹਨਾਂ ਨੇ ਜੇਬਾਂ ਭਰੀਆਂ, ਇਲੈਕਸ਼ਨਾਂ ਲੜਨੀਆਂ, ਹੋਰ ਕੁਝ ਕਰਨਾ, ਇਹ ਕਰਨਾ, ਔਰ ਦੇਸ਼ ਦੀ ਸੁਰੱਖਿਆ ਨੂੰ ਹਰ ਥਾਂ 'ਤੇ ਇਹ ਤਾਂ ਮੁਲਕ ਵੇਚਣ ਵਾਲੀ ਗੱਲ ਹੈ ਜੀ। ਇਸ ਮਸਲੇ 'ਚ ਅੱਜ ਸਟੇਟ ਨੇ ਕੀ ਰਿਸਪੌਂਡ ਕੀਤਾ ਸੀ? ਸਟੇਟ ਨੇ ਕੋਈ ਰਿਪਲਾਈ ਨਹੀਂ। ਸਟੇਟ ਕਹਿੰਦੇ ਜੀ ਸਾਡੀ ਰਿਪਲਾਈ ਤਿਆਰ ਨਹੀਂ ਹੋਈ, ਓਬਜੈਕਸ਼ਨ ਸੀਗਾ, ਅਸੀਂ ਜੀ ਅਗਲੇ ਹਫਤੇ ਦੇ ਦਿਆਂਗੇ ਰਿਪਲਾਈ ਪ੍ਰੋਪਰ। ਤੇ ਹੁਣ ਇਹ ਵੇਖੋ ਵੀ ਸੈਂਟਰ ਸਰਕਾਰ ਤੇ ਪੰਜਾਬ ਦੀ ਸਰਕਾਰ, ਇਹ ਆਪਸ 'ਚ ਇਹਨਾਂ ਦੀਆਂ ਡਿਫਰੈਂਟ ਰਿਪਲਾਈਜ਼ ਆ ਰਹੀਆਂ। ਪਿਛਲੀ ਵਾਰੀ ਵੀ ਇਹਨਾਂ ਨੇ ਇਹ ਕਿਹਾ ਵੀ ਉੱਥੇ ਮਾਈਨਿੰਗ, ਅਸੀਂ ਤਾਂ ਜੀ ਉਹਦਾ ਠੇਕਾ ਰੱਦ ਕਰਤਾ। ਠੇਕਾ ਰੱਦ ਕਰਨ ਦਾ ਕੀ ਮਤਲਬ ਹੋਇਆ? ਤੁਹਾਡੇ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਠੇਕਾ ਦਿੱਤਾ, ਪਹਿਲਾਂ ਕਿਉਂ ਦਿੱਤਾ? ਪਹਿਲਾਂ ਤਾਂ ਇਹ ਗੱਲ ਦੱਸੋ ਠੇਕੇਦਾਰ ਨੂੰ। ਪੌਣੇ 2 ਸਾਲ ਉੱਥੇ ਅੰਦਰ ਕੰਮ ਚੱਲਦਾ ਰਿਹਾ, ਕੀ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਜਦੋਂ ਉਹਨੇ ਨੈਸ਼ਨਲ ਸਿਕਿਉਰਿਟੀ ਨੂੰ ਸਾਡੀ ਨੂੰ ਖਤਰੇ ਵਿੱਚ ਪਾਇਆ ਹੈਗਾ, ਹੈ ਨਾ? ਤੇ ਠੇਕਾ ਰੱਦ ਕਰਨ ਦੇ ਨਾਲ ਤੁਹਾਡੀ ਕੋਈ ਲਾਇਬਿਲਿਟੀ ਤਾਂ ਖਤਮ ਨਹੀਂ ਨਾ ਹੋ ਜਾਂਦੀ ਇਸ ਦੇ ਵਿੱਚ। ਹਾਂ, ਅਸੀਂ ਇਹ ਸਾਰਾ ਜਿਹੜਾ ਮੁੱਦਾ ਹੁਣ ਅੱਗੇ ਨੂੰ ਆਪਾਂ ਫਰਦਰ ਦੇਖੋ ਕੀ ਕਰਦੇ ਆ। ਦੋਨੋਂ ਸਰਕਾਰਾਂ ਇੱਥੇ ਇਸ ਮਸਲੇ 'ਚ ਭਿੜਨਗੀਆਂ ਹੁਣ, ਕਿਉਂਕਿ ਦੋਨਾਂ ਦੀ ਰਿਪਲਾਈ ਹਮੇਸ਼ਾ ਅੱਗੇ ਸਾਨੂੰ ਕਹਿੰਦੇ ਸੀ ਤੁਸੀਂ ਝੂਠ ਬੋਲਦੇ ਹੋ ਜੀ, ਇਹ ਬੰਦਾ ਤਾਂ ਜਿਹੜਾ ਕੋਈ ਵੀ ਪਟੀਸ਼ਨਰ ਆਉਂਦਾ ਸੀ ਨਾ, ਇਹਦਾ ਸੈਲਫ ਇੰਟਰਸਟ ਹੈ ਤਾਂ ਆ ਰਿਹਾ, ਜਾਂ ਕੋਈ ਇਹਨਾਂ ਨੇ ਪੈਸੇ ਲੈ ਕੇ ਬੈਠ ਜਾਣਾ ਜਾਂ ਕੁਝ ਕਰ ਜਾਣਾ। ਐਫੀਡੇਵਿਟ ਵੀ ਲਏ ਇਹਨਾਂ ਤੋਂ ਜਿਹੜੇ ਪਟੀਸ਼ਨਰ ਸੀਗੇ ਕਿ ਜੀ ਇਹ ਝੂਠਾ ਨਹੀਂ ਹੋ ਸਕਦਾ, ਤੁਸੀਂ ਇਹਨੂੰ ਨਹੀਂ ਪਾ ਸਕਦੇ। ਉਹਦੇ ਬਾਵਜੂਦ ਹੁਣ ਜਦੋਂ ਆਰਮੀ ਦੀ ਕਲੀਅਰ ਕੱਟ ਸਾਡੇ ਕੋਲ ਸੈਂਟਰ ਸਰਕਾਰ ਦੀ ਰਿਪਲਾਈ ਆ ਗਈ, ਹੁਣ ਪੰਜਾਬ ਸਰਕਾਰ ਦੇਖੋ ਵੀ ਕੀ ਜਵਾਬ ਦਿੰਦੀ ਹੈ ਇਹਦੇ ਵਿੱਚ। ਹੁਣ ਪੰਜਾਬ ਸਰਕਾਰ ਕੋਲ ਕੋਈ ਜਵਾਬ ਨਹੀਂ ਹੈਗਾ ਇਹਦੇ 'ਚ, ਰਿਐਲਿਟੀ ਹੈ ਇਸ ਚੀਜ਼ ਦੀ। ਸੈਂਟਰ ਜਿਹੜੀ ਸਰਕਾਰ ਆ, ਫਿਰ ਵੀ ਸਾਡੀਆਂ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ, ਆਰਮੀ ਹੋ ਗਈ, BSF ਹੋ ਗਈ, ਕਿਉਂਕਿ ਉਹਨਾਂ ਦਾ ਮੇਨ ਮੁੱਦਾ ਹੈ ਕਿ ਉਹਨਾਂ ਨੇ ਦੇਸ਼ ਦੀ ਸਿਕਿਉਰਿਟੀ ਨੂੰ ਕਾਇਮ ਰੱਖਣਾ, ਤੇ ਉਹਨਾਂ ਨੇ ਆਪਦਾ ਰੋਲ ਵਧੀਆ ਵੈਲ ਪਲੇਡ ਕੀਤਾ ਪੂਰੀ। ਮਤਲਬ ਜਿਹੜੀ ਸਟੇਟ ਏਜੰਸੀਆਂ ਨੇ, ਚਾਹੇ ਉਹ ਡਿਸਟ੍ਰਿਕਟ ਲੈਵਲ ਦੀ ਹੋ ਗਈ ਜਾਂ ਪੁਲਿਸ ਲੈਵਲ ਹੋ ਗਿਆ, ਮਤਲਬ ਇਹ ਵੀ ਪੋਲੀਟੀਸ਼ੀਅਨ ਦੇ ਪ੍ਰੈਸ਼ਰ ਥੱਲੇ ਕੰਮ ਕਰਦੇ। ਇਹਨਾਂ ਨੇ ਵੀ ਦੇਖਿਆ ਕਿ ਦੇਸ਼ ਦੀ ਸਿਕਿਉਰਿਟੀ ਨੂੰ ਕਿੰਨਾ ਖਤਰਾ ਹੈ ਨਾ। ਉਹੀ ਤੇ ਰੌਲਾ ਤਾਂ ਇਹ ਸੀਗਾ ਨਾ, ਜਿਹੜੀਆਂ ਨੋਡਲ ਏਜੰਸੀਆਂ ਬਣਾਈਆਂ ਇਹਨਾਂ ਨੇ, ਡਿਪਟੀ ਕਮਿਸ਼ਨਰ ਬਣਾਤੇ ਜੀ, ਸਟੇਟ ਏਜੰਸੀ ਬਣਾਤੀ, ਅੱਛਾ ਫਿਰ ਇੰਨੀ ਪੁਲਿਸ ਫੋਰਸ ਹੈ,
ਉਹ ਇਹਨਾਂ ਦੇ ਇਨਫਲੂਐਂਸ ਅੰਡਰ ਹੀ ਕੰਮ ਕਰ ਰਹੀਆਂ, ਅਦਰਵਾਈਜ਼ ਉਹ ਆਪਦੀ ਨੌਕਰੀ ਨੂੰ ਕਿਉਂ ਖਤਰੇ 'ਚ ਕੋਈ ਵੀ ਬੰਦਾ ਪਾਊਗਾ, ਕਿਉਂਕਿ ਇਹ ਉਹਨਾਂ ਤੋਂ ਧੱਕੇ ਨਾਲ ਕੰਮ ਕਰਾਉਂਦੇ ਆ ਵੀ ਆਹ ਉੱਥੇ ਕੰਮ ਤੂੰ ਕਰਨਾ ਹੈ, ਇਹ ਕਰਨਾ ਹੈ ਤੇ ਕਰਨਾ ਹੀ ਕਰਨਾ ਹੈ। ਜਿਹੜਾ ਬੰਦਾ ਕੰਮ ਤੋਂ ਜਵਾਬ ਦੇ ਦਿੰਦਾ ਇਹਨਾਂ ਦੇ ਤੋਂ ਗੈਰ ਕਾਨੂੰਨੀ ਇਹੋ ਜਿਹੇ ਕੰਮ ਤੋਂ, ਉਹਨੂੰ ਇਹ ਖੁੱਡੇ ਲੈਣ ਲਾਉਂਦੇ ਆ ਜਾਂ ਉਹਤੇ ਪਰਚਾ ਕਰ ਦਿੰਦੀਆਂ। ਕੋਈ ਵੀ ਜਿੰਨੀ ਆਹ ਸਰਕਾਰ ਲਾ ਲਓ, ਪਿਛਲੀ ਸਰਕਾਰ ਲਾ ਲਓ, ਜਿਹੜੀ ਸਰਕਾਰ ਦਾ ਹੀ ਇਹ ਕੰਮ ਹੋਇਆ ਪਿਆ। ਪਿਛਲੀ ਜਿਹੜੀ ਇੱਕ ਕੇਸ ਦੇ ਵਿੱਚ ਉਹਦੇ 'ਚ ਤੇ ਹਾਈ ਕੋਰਟ ਨੇ ਕਲੀਅਰ ਕੱਟ ਕਹਿਤਾ ਕਿ ਹੁਣ ਮਾਈਨਿੰਗ ਉੱਥੇ ਨਹੀਂ ਹੋਗੀ, ਉਹ ਰੁਕ ਗਈ ਆ। ਤਾਂ ਲੱਗਦਾ ਕਿ ਅੱਜ ਵੀ ਜਿਹੜਾ ਕੇਸ ਸਟੈਂਡ ਕਰਦਾ ਇਸ ਮਸਲੇ ਲੈ ਕੇ ਕਿ ਹਾਈ ਕੋਰਟ CBI ਦੀ ਜਾਂਚ ਮਾਰਕ ਕਰ ਸਕਦੀ, ਜਿਸ ਤਰ੍ਹਾਂ BSF ਨੇ ਇੱਕ ਸੈਪਰੇਟ ਐਫੀਡੇਵਿਟ ਦੇ ਦਿੱਤਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ, ਸਿਕਿਉਰਿਟੀ ਨੂੰ ਖਤਰਾ, ਵੀ ਟੈਂਕ ਵੀ ਆ ਸਕਦੇ। ਇਹਨਾਂ ਵੀ ਕਹਿ ਦਿੱਤਾ ਕਿ ਸਾਡੇ ਜਿਹੜੇ ਬੈਂਕਰ ਬਣਾਏ ਖਤਰਾ, ਜੇ ਕੱਲ੍ਹ ਨੂੰ ਲੜਾਈ ਲੱਗ ਗਈ ਤਾਂ ਅਸੀਂ ਕਿਸੇ ਜੋਗੇ ਵੀ ਨਹੀਂ ਹੈਗੇ। ਮਤਲਬ ਤੁਹਾਡਾ ਹਜੇ ਵੀ ਸਟੈਂਡ ਹੈ ਕਿ CBI ਦੀ ਹੋਣੀ ਚਾਹੀਦੀ ਜਾਂਚ? CBI ਦੀ ਹੋਣੀ, ਇਹਨਾਂ ਨੂੰ ਫਿਰ ਕੀ ਸਬਕ ਆਇਆ? ਰਿਟ ਪਟੀਸ਼ਨ ਲੱਗੀ ਰਹੀ, ਠੀਕ ਹੈ, ਪੌਣੇ 2 ਸਾਲ 'ਚ ਉਹਨਾਂ ਨੇ ਕਰੋੜਾਂ ਰੁਪਈਆ ਕਮਾ ਕੇ ਉਹ ਆਪਦਾ ਘਰ ਬਹਿ ਗਏ। ਵਟ ਲੈਸਨ ਵੀ ਗਿਵ ਟੂ ਦੀ ਜਨਰਲ ਪਬਲਿਕ ਕਿ ਹਾਂ ਤੁਸੀਂ ਜੇ ਲੁੱਟ ਖਸੁੱਟ ਕਰਦੇ ਹੋ, ਇਟ ਇਜ਼ ਵੈਲਿਡ, ਤੁਸੀਂ ਲੁੱਟ ਖਸੁੱਟ ਕਰਕੇ ਆਰਾਮ ਨਾਲ ਆਪਣੇ ਘਰੇ ਬੈਠ ਸਕਦੇ ਹੋ, ਤੁਹਾਨੂੰ ਕੁਝ ਨਹੀਂ। ਇੱਕ ਕੋਈ ਬੰਦਾ ਛੋਟੀ ਮੋਟੀ ਵੀ ਚੋਰੀ ਕਰ ਲੇ, ਹਿੰਦੁਸਤਾਨ ਦਾ ਇਹ ਰੂਲ ਆ, ਛੋਟਾ ਜਿਹਾ ਵੀ ਕੋਈ ਬੰਦਾ ਹੋਵੇ ਵਿਚਾਰਾ, ਉਹਦੇ 'ਤੇ ਪਰਚਾ ਪੈ ਜਾਂਦਾ, ਉਹਨੂੰ ਤਰੀਕਾਂ ਭੁਗਤਣੀਆਂ ਪੈਂਦੀਆਂ। ਕਿਸੇ ਤੁਸੀਂ ਸਪੋਜ਼ ਕਰ ਲਓ ਕਿਸੇ ਕੋਲੇ ਫੂਡ ਨਹੀਂ ਹੈ, ਕਿਸੇ ਕੋਲੇ ਕੁਝ ਨਹੀਂ, ਉਹ ਆਪਦੇ ਘਰ ਦੀ ਕਿਸੇ ਜ਼ਰੂਰਤ ਲਈ ਮੋਟਰਸਾਈਕਲ ਚੋਰੀ ਕਰ ਲਿਆ ਜਾਂ ਕਿਸੇ ਲਈ ਕਰ ਲਿਆ। ਸਾਡੇ ਕੋਲ ਕਈ ਇਹੋ ਜਿਹੇ ਵੀ ਕੇਸ ਆਏ ਆ, ਉਹਦੇ ਵਿੱਚ ਅਸੀਂ ਇਹ ਚੀਜ਼ਾਂ ਵੇਖਦੇ ਹਾਂ ਵੀ ਉਹਦੇ ਵਾਸਤੇ ਤਾਂ ਤੁਸੀਂ ਉਹਨੂੰ ਸਜ਼ਾ ਦੇ ਦਿੰਦੇ ਹੋ 3 ਸਾਲ ਦੀ। ਜਿਹਨੇ ਕੰਟਰੀ ਲੁੱਟ ਲਈ, ਜਿਹਨਾਂ ਲੋਕਾਂ ਨੇ ਨੈਚੁਰਲ ਰਿਸੋਰਸਿਸ ਜਿਹੜੇ ਆ ਤੁਹਾਡੇ ਆਪਣੇ ਹੈਗੇ ਰਿਸੋਰਸਿਸ, ਉਹ ਲੁੱਟ ਕੇ ਲੈ ਗਏ, ਉਹਨਾਂ ਵਾਸਤੇ ਸਾਡੇ ਕੋਲੇ ਕੋਈ ਕਾਨੂੰਨ ਨਹੀਂ ਹੈਗਾ ਉਹਨਾਂ ਵਾਸਤੇ ਵੀ ਅਸੀਂ ਉਹਦੇ ਇਹ ਸੈਂਟਰਲ ਇਹਦੇ 'ਚ ਪਰਚਾ ਹੋਣਾ ਚਾਹੀਦਾ, FIR ਹੋਣੀ ਚਾਹੀਦੀ ਹੈ। ਔਰ ED ਦੀ ਵੀ ਜਾਂਚ ਅਸੀਂ ਤਾਂ ਇਸ ਚੀਜ਼ 'ਚ ਮੰਗਾਂਗੇ ਕਿ ਜਿੰਨੇ ਪੈਸੇ ਇਹਨਾਂ ਨੇ ਨਜਾਇਜ਼ ਕਮਾਏ ਆ ਉਹ ਕੰਟਰੀ ਨੂੰ ਵਾਪਸ ਆਉਣੇ ਚਾਹੀਦੇ ਆ। ਮੈਂ ਤਾਂ ਕਹਿੰਦੀ ਹਾਂ ਵੀ CBI ਦੀ ਜਾਂਚ ਹੋਵੇ, ਜਿੰਨੇ ਦੋਸ਼ੀ ਅਧਿਕਾਰੀ ਫੜੇ ਜਾਣ ਤਾਂ ਕਿ ਗਾਂਹ ਨੂੰ ਸਬਕ ਹੋਵੇ। ਕੋਈ ਬੰਦਾ ਜੇ ਇਹ ਸਰਕਾਰ ਆਂਦੀ ਹੈ ਨਾ ਵੀ ਅਸੀਂ ਕਰਪਸ਼ਨ ਫ੍ਰੀ ਕੰਟਰੀ ਕਰਨਾ, ਉਹ ਤਾਂ ਹੀ ਹੋਊਗਾ ਜੇ ਇਹਨਾਂ ਨੂੰ ਪਹਿਲੇ ਵਾਲਿਆਂ ਨੂੰ ਸਬਕ ਦਿੱਤਾ ਜਾਵੇ। ਬਹੁਤ ਬਹੁਤ ਸ਼ੁਕਰੀਆ। ਹਾਂ, ਥੈਂਕ ਯੂ। ਔਰ ਜਿਸ ਤਰ੍ਹਾਂ ਦੇਸ਼ ਦੀ ਸੁਰੱਖਿਆ ਦਾ ਮਸਲਾ ਆ ਗਿਆ, ਲੱਗਦਾ ਕਿ ਪੰਜਾਬ ਸਰਕਾਰ ਜਾਂ ਪਿਛਲੀ ਜਾਂ ਹੁਣ ਇਹਨਾਂ ਨੇ ਕੋਈ ਸਬਕ ਨਹੀਂ ਆ, ਕਿਉਂਕਿ ਇਹਨਾਂ ਨੂੰ ਤੇ ਪੈਸਾ ਚਾਹੀਦਾ ਹੈਗਾ, ਚਾਹੇ ਰੇਤਾ ਵੇਚਣ, ਚਾਹੇ ਦੇਸ਼ ਦੀ ਸੁਰੱਖਿਆ ਵੇਚਣ। ਹੁਣ ਹਾਈ ਕੋਰਟ ਦੇ ਵਿੱਚ ਪਹਿਲਾਂ BSF ਨੇ ਤੇ ਹੁਣ ਆਰਮੀ ਨੇ ਜਵਾਬ ਦਿੱਤਾ ਕਿ ਜੇ ਇਸ ਤਰ੍ਹਾਂ ਹੀ ਹੋਈ ਤੇ ਦੇਸ਼ ਦੀ ਸੁਰੱਖਿਆ ਨੂੰ ਬਹੁਤ ਖਤਰਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਬੰਕਰ ਵੀ ਤਬਾਹ ਹੋ ਚੁੱਕੇ ਨੇ ਤੇ ਜੇ ਕੱਲ੍ਹ ਨੂੰ ਉੱਥੋਂ ਗੋਲੀਆਂ ਵੀ ਚੱਲਣਗੀਆਂ ਤੇ ਸਾਡੇ ਵਾਸਤੇ ਜਵਾਬੀ ਹਮਲਾ ਕਰਨਾ ਵੀ ਔਖਾ ਹੋ ਚੁੱਕਾ। ਦੇਖਦੇ ਹਾਂ ਕਿ ਅਗਲੀ ਹੀਅਰਿੰਗ ਦੇ ਵਿੱਚ ਕੀ ਕੁਝ ਨਿਕਲਦਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।